ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਦੀ ਵਡਭਾਗੇ ਹਾਂ ਜੋ ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਗੁਰਦੁਆਰਾ ਸ਼ਹੀਦਾਂ ਆਪ ਜੀ ਦੇ ਪਾਵਨ ਗੁਰੂ ਘਰ ਦੇ ਅੰਦਰ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਔਰ ਜਿੰਨੇ ਸਤਿਗੁਰੂ ਜੀ ਨੇ ਸਾਨੂੰ ਸਵਾਸ ਬਖਸ਼ੇ ਗੁਰੂ ਕੀ ਪਾਵਨ ਬਾਣੀ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਨਾ। ਸਤਿਗੁਰੂ ਜੀ ਪਾਵਨ ਬਾਣੀ ਵਿੱਚ ਕਹਿੰਦੇ ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਗਲ ਜਾਈਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਭਾਈ ਆਪਣੇ ਗੁਰੂ ਦੀ ਬਾਣੀ ਦੀ ਵਿਚਾਰ ਆਪਣੀ ਜ਼ਿੰਦਗੀ ਵਿੱਚ ਕਰ ਇਸ ਸੁਭਾਗ ਦਾ ਸਮਾਂ ਬਖਸ਼ਿਆ। ਪਾਵਨ ਬਾਣੀ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਮਾਲਕ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਸਾਡੇ ਸਾਹਮਣੇ ਕੀਤਾ। ਮਾਲਕ ਦੇ ਕਿਹੜੇ ਕਿਹੜੇ ਗੁਣ ਨੇ ਔਰ ਉਹਨਾਂ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ, ਕਿਵੇਂ ਮਾਲਕ ਤੱਕ ਪਹੁੰਚਿਆ ਜਾ ਸਕਦਾ, ਇਹ ਮੂਲ ਮੰਤਰ ਆਰੰਭਤਾ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਆਓ ਪਾਵਨ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਫਤਿਹ ਨਾਲ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦੇ ਅੰਦਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੋਂ ਤੱਕ ਇਹ ਮੂਲ ਮੰਤਰ 33 ਵਾਰੀ ਮੇਰੇ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਪ੍ਰਗਟ ਕੀਤਾ। ਇਹ ਸੰਪੂਰਨ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਵਾਰੀ ਆਪਾਂ ਪੜ੍ਹਦੇ ਹਾਂ। ਉਸ ਤੋਂ ਸ਼ਾਰਟ ਰੂਪ ਵੀ ਇਹਦਾ ਸਾਡੇ ਸਾਹਮਣੇ ਆਉਂਦਾ ਹੈ।
ਆਪਾਂ ਰੋਜ਼ ਪੜ੍ਹਦੇ ਹਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇਹ ਵੀ ਮੂਲ ਮੰਤਰ ਦਾ ਛੋਟਾ ਰੂਪ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹ ਮੂਲ ਮੰਤਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ 524 ਵਾਰੀ ਆਪਾਂ ਪੜ੍ਹਦੇ ਹਾਂ। ਫਿਰ ਤੀਜਾ ਰੂਪ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਥੋਂ ਤੱਕ ਇਹ ਮੂਲ ਮੰਤਰ ਸ਼ਾਰਟ ਰੂਪ ਦੇ ਵਿੱਚ 9 ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ। ਤੇ ਚੌਥਾ ਰੂਪ ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ। ਇੱਥੋਂ ਤੱਕ ਇਹ ਪਾਵਨ ਮੂਲ ਮੰਤਰ 2 ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ। ਭਾਵ ਇਹ ਮੂਲ ਮੰਤਰ ਦੇ 4 ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ 524 ਵਾਰੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ 9 ਵਾਰੀ, ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ 2 ਵਾਰੀ, ਔਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ 33 ਵਾਰੀ ਆਪਾਂ ਪੜ੍ਹਦੇ ਹਾਂ। ਭਾਵ ਮੂਲ ਮੰਤਰ ਦੇ ਇਹ 4 ਰੂਪ 568 ਵਾਰ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਬਖਸ਼ਿਸ਼ ਕੀਤੇ। ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਇਹ ਪੂਰਨ ਮੰਗਲਾਚਰਨ ਮੂਲ ਮੰਤਰ ਪਹਿਲੀ ਵਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਬੇਈ ਨੰਦੀ ਦੇ ਵਿੱਚੋਂ ਬਾਹਰ ਪ੍ਰਗਟ ਹੁੰਦੇ ਨੇ, ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ, ਜਦੋਂ ਬੇਈ ਨਦੀ ਦੇ ਵਿੱਚੋਂ ਬਾਹਰ ਪ੍ਰਗਟ ਹੋਏ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਮੁਖ ਦੇ ਵਿੱਚੋਂ ਇਹ ਪਾਵਨ ਮੂਲ ਮੰਤਰ ਸਨਮੁਖ ਦੁਨੀਆ ਦੇ ਪ੍ਰਗਟ ਕੀਤਾ। ਪਾਤਸ਼ਾਹ ਜੀ ਕਹਿੰਦੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਫਿਰ ਅਖੀਰ ਤੇ ਆ ਕੇ 2 ਡੰਡੀਆਂ ਪਾ ਦਿੱਤੀਆਂ, ਇਹ ਸੰਪੂਰਨ ਵਿਸ਼ਰਾਮ ਚਿੰਨ੍ਹ ਵੀ ਇੱਥੇ ਇਸ ਪਾਵਨ ਬਚਨ ਦੀ ਪੂਰਨਤਾ ਹੋ ਗਈ। ਬੜਾ ਧਿਆਨ ਦੇ ਕੇ ਆਪਾਂ ਇਸ ਵਿਚਾਰ ਨੂੰ ਸਮਝਣਾ। ਇਹ ਮੂਲ ਮੰਤਰ, ਇਹਦੀ ਵਿਆਖਿਆ ਸਮੁੱਚੀ ਜਪਜੀ ਸਾਹਿਬ ਦੀ ਬਾਣੀ ਨੇ ਕੀਤੀ, ਔਰ ਸਮੁੱਚੀ ਜਪਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਇਸ ਦੇਸ਼ ਦੇ ਅੰਦਰ ਇੱਕ ਵਿਚਾਰ ਪ੍ਰਚਲਿਤ ਸੀ ਕਿ ਇਸ ਸੰਸਾਰ ਨੂੰ ਚਲਾਉਣ ਵਾਲੀਆਂ 3 ਤਾਕਤਾਂ ਨੇ, 3 ਸ਼ਕਤੀਆਂ ਨੇ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਕੀਤਾ। ਜਦੋਂ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਨੇ ਲੋਕਾਂ ਦੀ ਵਿਚਾਰ ਸੁਣੀ, ਉਹਨਾਂ ਨੂੰ ਸ਼ਬਦਾਂ ਦਾ ਚੋਲਾ ਪਹਿਨਾ ਕੇ ਆਪਣੀ ਬਾਣੀ ਦੇ ਆਰੰਭ ਵਿੱਚ ਸਤਿਗੁਰੂ ਜੀ ਨੇ ਪ੍ਰਗਟ ਕੀਤਾ। ਪਾਤਸ਼ਾਹ ਜੀ ਕਹਿੰਦੇ ਲੋਕ ਮੰਨਦੇ ਨੇ, ਧਿਆਨ ਦੇਣਾ ਇਸ ਗੱਲ ਨੂੰ ਸਮਝਣਾ, ਲੋਕ ਮੰਨਦੇ ਨੇ ਕਿ ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਨਹੀਂ, ਮਤ ਨਹੀਂ ਕਿ ਗੁਰੂ ਨਾਨਕ ਸਾਹਿਬ ਮੰਨਦੇ ਨੇ, ਲੋਕ ਮੰਨਦੇ ਨੇ। ਵੀ ਲੋਕ ਕਹਿੰਦੇ ਮਾਇਆ ਪ੍ਰਸੂਤ ਹੋਈ, ਉਹ ਤੋਂ 3 ਪੁੱਤ ਪੈਦਾ ਹੋਏ, ਇੱਕ ਨੂੰ ਸੰਸਾਰੀ ਸੰਸਾਰ ਬਣਾਉਣ ਵਾਲਾ ਕਿਹਾ ਬ੍ਰਹਮਾ, ਇੱਕ ਭੰਡਾਰੀ, ਇੱਕ ਨੂੰ ਭੋਜਨ ਦੇਣ ਵਾਲਾ ਕਿਹਾ ਗਿਆ ਵਿਸ਼ਨੂੰ ਜੀ, ਇੱਕ ਲਾਏ ਦੀਵਾਨ,
शिव जी की ये संघार करते ने, सजा दिंदे ने, फैसला करते ने, मौत दिंदे ने। हुण दुनिया दे विच लोक मनदे आए भी ये तीन शक्तियां ने जिहड़ियां समुचे जगत नूं चलाउंदियां ने, पर धन गुरु नानक साहब जी ने इस तीन दे अगे एक दा प्रगटावा कीता है। पातशाह जी कहंदे नहीं, तुसी मनदे हो एका माई जुगत लियाई, तीन चेले परवान, एक संसारी, एक भंडारी, एक लाए दीवान, पर जिव तिस भावै तिवै चलावै, जिव होवै पुरमान ओ वेखै, ओना नदर ना आवै, बहुता ए विडान, आदेश तिसै आदेश। बड़ा ध्यान देने शब्द है। सतगुरु जी कहते मैं तीन अगे नमस्कार नहीं कर रहा, बल्कि आदेश का मतलब है नमस्कार बंदना। मैं नमस्कार करदा, किसनूं नमस्कार करदा? आद, जिहड़ा इन्हां तिन्नां दा भी आद है, मुੱਢ है। आद अनील शुद्ध स्वरूप, आद अनील अनाद अनाहत, जिन्हों हत्या नहीं जा सकता, जिन्हों खत्म नहीं किया जा सकता। आद अनील अनाद अनाहत, जुग जुग एको वेस, जिहदा सदा ही है, एक ही है, उस वर्गा दूजा है ही कोई नहीं। हुण ध्यान देना, पातशाह जी कहंदे दुनिया दे लोको रब एक है। हुण एक बड़ा ध्यान देना शब्द है। साडे बच्चे सानू सवाल कर सकते ने भी मां जी पिता जी तुसीं बाणी रोज पढ़दे हो, इत्थे एक लिखे है, तुसीं एक पढ़िया, पर अगे जाके यही रूप महला उत्थे भी यही रूप लिखे, पर तुसीं उत्थे पहला पढ़दे हो। ये फर्क क्यों है? बड़ा ध्यान देने वचन है। इत्थे आपां जिहड़ा स्वरूप लिखिआ इहनूं एक पढ़दे आ, पर अगे चल के जिवें श्री राग महला नाल की लिखिआ जी, यही रूप लिखिआ ना एक दा, पर उत्थे असीं पहला पढ़दे आ, उत्थे महला एक नहीं कहंदे। ते सानू साडे बच्चे सवाल करना भी ये फर्क क्यों है? एक थां दे उत्ते तुसीं एक पढ़दे हो, उसे रूप नूं तुसीं अगे जाके पहला कहने हो, इहदा जवाब ते कोई होना चाहिए। तो इहदा जवाब धन गुरु ग्रंथ साहिब जी दी पावन बाणी विच 14 अंक ते जदों श्री राग आरंभ हुंदा ते दर्शन करिओ, उत्थे बकायदा लिखिआ गया श्री राग महला, फिर एक पा के नाल ही पंजाबी च लिखिआ पहला। हुण उत्थे दो बारी नहीं पढ़ीदा। सतगुरु जी ने दस्सिआ भी आ जिहड़ा एक हिंदसे दे विच लिखिआ इहनूं शब्दां विच पढ़ना पहला, इत्थे एक है। एक दा मतलब मालक परमेश्वर एक है, वो अनेकां दे विच व्यापक है, पर एक स्वरूप है। हुण सतगुरु जी कहंदे रब एक है, इहदे बारे वार-वार सानू हिदायत की गई कि जदों तैनूं समझ लगेगी तू गुरु अगे अरदास करेगा कि गुरा एक दे बुझा। हे भाई मैं अपने गुरु अगे अरदास करदा, गुरा एक दे बुझाई। मेरे सतगुरु जी मैनू असोझी दिओ, मैनू अकल दिओ, मैनू समझ दिओ। ते गुरु पुछेगा किहड़ी अकल, किहड़ी मत, किहड़ा ज्ञान। ते जिन्हां ने इस मूल मंत्र का ध्यान धरिया होवेगा, वो प्यारे कहणगे सबना जियां का एक दाता, सो मैं बिसर ना जाए। देखो नाल ही गल कह भी सबना जियां का, ये नहीं भी फलानी जात का, फलाने गोत का, फलाने धर्म का, फलाने बंदे का, इदा नहीं कहा। कहते सबना जियां का, जिन्ने भी जी इस जगत विच ने, भावें चंगे ने भावें माड़े ने, भावें पापी ने भावें भगत ने, भावें पशु ने भावें पंछी ने, भावें कीड़े मकोड़े, कोई भी है, जिहड़ा मालक सारियां दा दाता है,
और एक है, वो मैनू कदे भी भुले नहीं। सतगुरु जी ने आरंभता विच किरपा की, रब दा स्वरूप प्रगट किया कि रब है किदां दा। एक ओंकार सतनाम करता पुरख निरभउ निर्वैर अकाल मूरत अजूनी सै भंग। इतों तक रब जी के गुण साडे सामने रखे गए। इन्हां नूं शब्दार्थां दे विच आपां इउं समझदे हां, रब एक है, ओंग वो ब्रह्म स्वरूप है, उस वर्गा दूजा कोई नहीं। कार वो सारियां दे विच एक रस व्यापक है। सतनाम ओदा नाम, ओदी होंद सदा रहण वाली। करता वो सब नूं करन वाला। पुरख वो सारियां दे विच पूर्ण तौर ते बैठा है। निरभउ वो डर तो रहता है। निर्वैर ओदी बैर भावना किसी नाल नहीं। अकाल, काल दा अर्थ हुंदा समा, अकाल तो भाव समय तो रहता। ओदी जिहड़ी हस्ती है वो अकाल है, वो समय के प्रभाव तो मुक्त है। अकाल मूरत अजूनी, वो जूनिया विच नहीं आउंदा, भाव अजूनी है, वो बहरूपिया नहीं, एक रूप है। सै भंग स्वयं, ਉਹਨੂੰ ਪ੍ਰਗਟ ਹੋਣ ਦੇ ਲਈ ਕਿਸੇ ਦੇ ਸਹਾਰੇ ਦੀ ਲੋੜ ਨਹੀਂ। ਉਹ ਆਪਣੇ ਆਪ ਤੋਂ ਪ੍ਰਗਟ ਹੁੰਦਾ ਹੈ। ਹੁਣ ਇੰਨੇ ਗੁਣ ਰੱਬ ਜੀ ਦੇ ਬਿਆਨ ਕਰਕੇ, ਜਿਵੇਂ ਕੰਪਨੀ ਵਾਲੇ ਕਈ ਵਾਰੀ ਕਰਦੇ ਨਾ, ਆਪਣੇ ਪ੍ਰੋਡਕਟ ਦੇ ਪਹਿਲਾਂ ਗੁਣ ਦੱਸਦੇ ਨੇ। ਜੋ ਉਹਨਾਂ ਦੇ ਕੋਲ ਪ੍ਰੋਡਕਟ ਹੁੰਦਾ ਪਹਿਲਾਂ ਉਹ ਗੁਣ ਦੱਸਦੇ ਨੇ ਵੀ ਇਹਦੇ ਵਿੱਚ ਆਹ ਖੂਬੀਆਂ ਨੇ, ਆਹ ਕੁਆਲਿਟੀਆਂ ਨੇ। ਫਿਰ ਬੰਦਾ ਪੁੱਛਦਾ ਵੀ ਇਹਦੀ ਪ੍ਰਾਪਤੀ ਕਿਵੇਂ ਹੋਵੇਗੀ, ਮਿਲੇਗਾ ਕਿਵੇਂ। फिर उन्होंने प्राप्त करने का ढंग दसते हैं। इदा ही मेरे सतगुरु जी ने रब जी के गुणों की विचार रखी। दुनिया के लोगों, मेरा मालक इदां दा है। ते पातशाह जी ने फिर दसिया, पुत जे प्राप्त करना चाहना है, जे इहो जे मालक परमेश्वर के नाल मिलाप करना चाहना है, फिर इको एक तरीका है, गुर प्रसाद। प्रसाद का मतलब है कृपा। गुर दी किरपा नाल, गुरु दे द्वारा, गुरु दे राही, ओदी बख्शिश दे द्वारा ही इहो जे एक नाल तेरी प्रीत बन सकती है। बड़ा डूंगा शब्द है एक, ये बहुत गल्लां सानू समझाउंदा है। जे इन्नी क गल ही अपने अंदर टका लईए। मैनू कई बारी संगत दे नाल मिलाप करन दा मौका मिलदा है ते ओह बाणी पढ़ते हैं, पर बाणी नूं इस तरीके दे नाल पढ़ते हैं कि समझ लगे भावें ना लगे, असीं ते पूरी पढ़नी। ख्याल करना, बड़ी ध्यान देण जो गल है। जपजी साहिब जी नूं असीं पूरा पढ़ते हैं, इहदा मतलब की है भी असीं 38 पौड़ियां पूरियां करदे हां। हुण ध्यान मार, साडी नज़र दे विच गिणती है, पर मालक परमेश्वर के घर विच गिणती का कोई विचार नहीं। इत्थे ते गल्लां समझाइयां गईयां भी एक दो जीवों लख होवें, लख होवें लख 20, लख लख गेड़ा आखियां, एक नाम जगदीश, एक राह पत पवड़ियां चढ़िया होए। ये सुन गल्लां आगास के, कीटां आई रीस, नानक नदरी पाई है कूड़ी कूड़ा। इस गिणती की गल ही नहीं। हुण असां ने अपने मन विच ये विचार बिठा लई कि असीं जापी साहिब पूरी पढ़ी, पर मैं कई बारी ये बेनती जरूर करदा, ये ते दस दिओ जापी साहिब अधूरी कित्थे है, ये ते दसो। जापी साहिब दे विच जिन्ने शब्द ने, ये कोई दस सकदा भी आह शब्द अधूरा है? जपजी साहिब पूरी समुची बाणी का एक एक शब्द अपने आप दे विच संपूर्ण है। इहदे विच अधूरापन है ही नहीं। हाँ, तुहाडी पढ़न की भावना किदां दी है, तुसीं उस बाणी नूं किस तरीके दे नाल पढ़दे हो, ये गल बड़ी ध्यान वाली है। जे असीं इन्ना शब्द ही अपने अंदर टिका लईए भी एक ध्यान देना।
पूरी बाणी की समझ लग जाती है भी मेरे पूरे गुरु के पावन बचनों में दसिया की है। जे इन्नी गल बाकियां की गल ही मुक गई ना भी गुरु साहब ने कहता रब एक है, तो मैं कहांगा भी एको है भाई, एको है साहिब मेरा, एको है। फिर ते मैं इस गल के उपर पकड़ बनावांगा कि राखा एक हमारा स्वामी सगल का टांका अंतरजामी, मैं किसी और नाल क्यों जुड़ा। फिर मैं किसी धागे तवीज जादू टूने मड़ी निशान बाबे पीर दे कोलों अपनी रखिया करवाउण दी गल क्यों करा। हुण ते मैनूं पता लग गया मेरा रखवाला एक है। एक शब्द इन्नी क गल भी पल्ले अपने पै गई, अनेकां दी पूजा करन तो साडे जीवन दा बचाव, अनेकां वल भटकण वाली बिरती साडी खत्म हो जानी। सतगुरु जी कहंदे इन्ना क शब्द भी अपने आप विच पूर्ण है, इहदे विच अधूरापन किहड़ा है। इन्ना क शब्द भी अपने आप दे विच संपूर्णता लैके बैठा है। उत गल इन्नी है कि तू उस बाणी दे भाव अर्थां नूं समझ। एक सतगुरु जी कहंदे रब एक है, और जिन्हां प्यारियां नूं इस गल दी समझ लग गई उन्हां प्यारियां ने अपने मालक दे चरनां विच जोदड़ियां करदियां होइयां ये शब्द कहे सन कि किस ही कोई कोए मंझ निमाणी एक तूं। धन गुरु अंगद साहब सतगुरु जी कहंदे मेरे मालक जी किसी दा कोई सहारा होवेगा, किसी दा कोई सहारा होवेगा, पर मंझ निमाणी एक तू मेरा निमाणी दा ते एक तू ही है, तेरे तो बिना दूजा है ही कोई नहीं। जिन्हां नूं एक दी समझ लगे उन्हां प्यारियां ने शब्द कहे से कि तू मेरा पिता, तू है मेरा माता, तू मेरा बंदप, तू मेरा भराता, तू मेरा राखा, सबनी थाई ता भाओ केहा काड़ा जियो। मेरे मालका तू ही मेरा सब कुछ है, ते मैनू फिर किस गल दा डर हो सकता है। गल ते एक दी है ना। पातशाह जी कहने रब जी एक ने पुत इस गल नूं अपने विचार मंडल विच लैके आ, इस गल नूं अपनी सुरत विच टका, ते तू उस दिन ही ये गल कहेगा ना कि एक पिता एक सके हम बारिक, तू मेरा गुरहाई। हे मेरे मालक जी मैनू समझ लग गई साडा सारियां दा पिता एक है ते असी इक्को मालक दे बच्चे हैं। जदों उस एक दे वल साडा ध्यान जुड़दा है फिर अनेकां दी विचार साडे अंदरों खत्म होंदी है, फिर किसी होर नाल नहीं जुड़दी। और धन गुरु नानक साहब सच्चे पातशाह जी दे जीवन दी एक प्यारी साखी आपां सांझी कीती है भी मुसलमान प्यारा बीरा मलार खुदा दी बंदगी करदा है, अल्लाह दे चरनां नाल जुड़दा है और अपने धार्मिक स्थान मस्जिद दे विच पहुंच के धर्म दे आगू दे कोलों अपने धर्म दीयां खूबियां सुणदा है। हुण उहदे धर्म दा आगू काजी अपने इस्लाम धर्म दीयां अनेकां खूबियां बयान करन तो बाद अखीर ते एक शब्द कहंदा है कि इस धरती दे उपर इस्लाम धर्म तो बिना बाकी जिन्ने भी धर्मां दे लोक ने वो सारे ही दोजक विच जाणगे, अल्लाह दे घर विच प्रवान, खुदा दे घर विच प्रवान नहीं। खुदा नूं वो भाउंदे ने, खुदा नूं वो चंगे नहीं लगदे जिहड़े बाकी धर्मां दे लोक ने। अल्लाह दे घर दे विच कबूल मुसलमान ही, इन्नी गल वीरा मलार रोज सुणदा है। पर एक दिन मन विच ये सवाल पैदा हो गया भी जे रब दे घर विच खुदा दे घर विच मुसलमान ही प्रवान है फिर रब खुदा बाकी धर्मां दे लोकां नूं पैदा क्यों करदा है, ना पैदा करे। क्योंकि जन्म देना ते मौत देना उहदे वस विच है। फिर ते रब ने ही अनेकां तरह के झगड़े पैदा कीते ना कि बाकी वख-वख धर्मां दे लोक पैदा कर छड्डे। जे रब दे घर विच
ਮੁਸਲਮਾਨ ਹੀ ਪ੍ਰਵਾਨ ਹੈ, ਫਿਰ ਬਾਕੀ ਧਰਮਾਂ ਦੇ ਲੋਕਾਂ ਨੂੰ ਰੱਬ ਪੈਦਾ ਨਾ ਕਰੇਗਾ। ਬੜੀ ਵੱਡੀ ਗਲਤੀ ਕਰਦਾ ਪਿਆ। ਇੰਨੇ ਝਗੜੇ ਰੱਬ ਨੇ ਵਧਾਏ। ਹੁਣ ਉਹਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋ ਗਿਆ, ਭਰਮ ਪੈਦਾ ਹੋ ਗਿਆ। ਜਿੰਨੀ ਕੁ ਰੱਬ ਦੀ ਬੰਦਗੀ ਕਰਦਾ ਉਨਾ ਹੀ ਸ਼ੰਕਾ ਪੈਦਾ ਹੁੰਦਾ ਹੈ ਤੇ ਭਟਕਣਾ। ਅਰਦਾਸ ਹੋਈ, ਮੇਰੇ ਖੁਦਾ ਮੇਰੇ ਅੰਦਰ ਦਾ ਭਰਮ ਦੂਰ ਕਰ। ਤੈਨੂੰ ਕੌਣ ਪਿਆਰਾ ਲੱਗਦਾ, ਤੈਨੂੰ ਕੌਣ ਭਾਉਂਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀਰਾ ਮਲਾਰ ਦੇ ਘਰ ਵਿੱਚ ਪਹੁੰਚੇ। ਵੀਰਾ ਮਲਾਰ ਨੇ ਸੇਵਾ ਕੀਤੀ ਭਾਵਨਾ ਨਾਲ, ਔਰ ਆਪਣੇ ਅੰਦਰ ਦੀ ਵੇਦਨਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਪ੍ਰਗਟ ਕੀਤੀ। ਨਾਨਕ ਜੀਓ, ਖੁਦਾ ਨੂੰ ਕੌਣ ਚੰਗਾ ਲੱਗਦਾ। ਕਈ ਵਾਰੀ ਇਹ ਸਵਾਲ ਹੋਏ ਕਿ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਕੋਲ ਕਿਤਾਬ ਨੂੰ, ਹਿੰਦੂ ਵੱਡਾ ਤੇ ਮੁਸਲਮਾਨ। ਉੱਥੇ ਵੀ ਸਵਾਲ ਖੜੇ ਕਿਤੇ ਕੌਣ ਰੱਬ ਦੇ ਘਰ ਵਿੱਚ ਵੱਡਾ ਗਿਣਿਆ ਜਾਂਦਾ ਹੈ। ਵੀਰਾ ਮਲਾਰ ਨੇ ਸਵਾਲ ਰੱਖਿਆ, ਖੁਦਾ ਨੂੰ ਕੌਣ ਭਾਉਂਦਾ, ਕੌਣ ਚੰਗਾ ਲੱਗਦਾ, ਕਿਹੜੇ ਧਰਮ ਦਾ। ਪਾਤਸ਼ਾਹ ਜੀ ਨੇ ਉਹਦੇ ਵਿਹੜੇ ਵਿੱਚ ਧਿਆਨ ਮਾਰਿਆ। ਕਈ ਬੱਚੇ ਖੇਡਦੇ। ਸਾਹਿਬ ਜੀ ਕਹਿੰਦੇ, ਵੀਰਾ ਮਲਾਰ ਇਹ ਬੱਚੇ, ਕਹਿੰਦਾ ਜੀ ਮੇਰੇ ਨੇ। ਪਾਤਸ਼ਾਹ ਜੀ ਕਹਿੰਦੇ ਤੇਰੇ ਨੇ, ਕਹਿੰਦੇ ਜੀ ਬਿਲਕੁਲ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਨਾਮ ਅਲੱਗ-ਅਲੱਗ, ਕਹਿੰਦੇ ਹਾਂਜੀ। ਇਹਨਾਂ ਦਾ ਰੂਪ ਅਲੱਗ-ਅਲੱਗ, ਇਹਨਾਂ ਦੇ ਨੈਣ ਨਕਸ਼ ਅਲੱਗ-ਅਲੱਗ, ਇਹਨਾਂ ਦੇ ਕਰਮ ਅਲੱਗ-ਅਲੱਗ, ਇਹਨਾਂ ਦੀ ਉਮਰ ਅਲੱਗ-ਅਲੱਗ, ਇਹਨਾਂ ਦਾ ਸਾਰਾ ਕੁਝ ਹੀ ਵੱਖਰਾ ਹੈ। ਬੱਚੇ ਤੇਰੇ ਨੇ। ਪਾਤਸ਼ਾਹ ਜੀ ਨੂੰ ਕਹਿੰਦੇ ਬਿਲਕੁਲ ਸਤਿਗੁਰੂ ਜੀ ਇਹ ਸਾਰੇ ਬੱਚੇ ਮੇਰੇ ਨੇ। ਸਾਹਿਬ ਜੀ ਕਹਿੰਦੇ ਫਿਰ ਤੂੰ ਸਭ ਤੋਂ ਵੱਧ ਪਿਆਰ ਕਿਹੜੇ ਬੱਚੇ ਨੂੰ ਕਰਦਾ, ਜੇ ਤੇਰੇ ਨੇ। ਹੁਣ ਵੀਰਾ ਮਲਾਰ ਕਹਿੰਦਾ ਜੀ ਸਾਰੇ ਬੱਚੇ ਮੇਰੇ ਨੇ, ਮੈਂ ਸਾਰਿਆਂ ਨੂੰ ਹੀ ਪਿਆਰ ਕਰਦਾ, ਸਾਰਿਆਂ ਨੂੰ ਹੀ ਪਿਆਰ ਕਰਦਾ, ਮੈਨੂੰ ਸਾਰੇ ਹੀ ਪਿਆਰੇ ਨੇ। ਸਾਹਿਬ ਜੀ ਕਹਿੰਦੇ ਨਹੀਂ, ਥੋੜਾ ਜਿਹਾ ਸੋਚ ਕੇ ਦੱਸ, ਇਹਨਾਂ ਬੱਚਿਆਂ ਦੇ ਵਿੱਚੋਂ ਸਭ ਤੋਂ ਵੱਧ ਚੰਗਾ ਤੈਨੂੰ ਕਿਹੜਾ ਬੱਚਾ ਲੱਗੇਗਾ। ਹੁਣ ਵੀਰਾ ਮਲਾਰ ਸੋਚ ਕੇ ਕਹਿੰਦਾ, ਨਾਨਕ ਜੀ ਉਹ ਸਾਰੇ ਬੱਚੇ ਮੇਰੇ ਨੇ, ਮੈਂ ਸਾਰਿਆਂ ਨੂੰ ਪਿਆਰ ਕਰਦਾ, ਪਰ ਮੇਰੇ ਘਰ ਦੇ ਵਿੱਚ ਉਹੀ ਪ੍ਰਵਾਨ ਹੋਵੇਗਾ, ਮੈਨੂੰ ਉਹੀ ਬੱਚਾ ਚੰਗਾ ਲੱਗੇਗਾ ਜਿਹੜਾ ਮੇਰਾ ਹੁਕਮ ਮੰਨ ਕੇ ਮੇਰੇ ਕਹਿਣੇ ਵਿੱਚ ਚਲੇਗਾ। ਸਤਿਗੁਰੂ ਜੀ ਨੇ ਗੱਲ ਬੜੀ ਪਿਆਰੀ ਸਮਝਾਈ। ਕਹਿੰਦੇ ਵੀਰਾ ਮਲਾਰ ਏਦਾਂ ਹੀ ਇਸ ਸਮੁੱਚੇ ਜਗਤ ਦੇ ਵਿੱਚ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਰੰਗਾਂ ਦੇ, ਵੱਖ-ਵੱਖ ਰੂਪਾਂ ਦੇ, ਵੱਖ-ਵੱਖ ਨਾਮਾਂ ਦੇ ਅਨੇਕਾਂ ਬੱਚੇ ਸਾਰੇ ਰੱਬ ਦੇ ਹੀ ਨੇ, ਪਰ ਰੱਬ ਨੂੰ ਉਹੀ ਭਾਉਂਦੇ ਨੇ ਜਿਹੜੇ ਰੱਬੀ ਹੁਕਮ ਦੇ ਵਿੱਚ ਰਹਿੰਦੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੇ। ਸਤਿਗੁਰੂ ਜੀ ਨੇ ਬੜਾ ਪਿਆਰਾ ਬਚਨ ਕਹਿ ਦਿੱਤਾ। ਕਹਿੰਦੇ ਸਾਰੇ ਰੱਬ ਦੇ ਬੱਚੇ ਨੇ, ਸਾਡਾ ਸਾਰਿਆਂ ਦਾ ਇੱਕੋ ਹੀ ਪਿਓ ਹੈ, ਇੱਕ। ਹੁਣ ਸਤਿਗੁਰੂ ਜੀ ਨੇ ਵੇਖੋ ਕਿੰਨੀ ਪਿਆਰੇ ਦੇ ਨਾਲ ਇਹ ਗੱਲ ਸਮਝਾਈ ਵੀ ਸਾਡਾ ਸਾਰਿਆਂ ਦਾ ਪਿਤਾ ਇੱਕ ਹੈ, ਮਾਲਕ ਇੱਕ ਹੈ। ਤੇ ਜੇ ਉਹਦੇ ਹੁਕਮ ਵਿੱਚ ਤੁਰਾਂਗੇ, ਜੇ ਉਹਦੇ ਕਹਿਣੇ ਵਿੱਚ ਤੁਰਾਂਗੇ, ਜੇ ਉਹਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਮੰਨ ਕੇ ਤੁਰਾਂਗੇ, ਤੇ ਉਹਨੂੰ ਪਿਆਰੇ ਲੱਗਾਂਗੇ, ਉਹਦੇ ਘਰ ਵਿੱਚ ਕਬੂਲ ਹੋਵਾਂਗੇ। ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਆਪਾਂ ਆਰੰਭਤਾ ਕੀਤੀ। ਇੱਥੇ ਆਪਾਂ ਇਸ ਪਾਵਨ ਬਾਣੀ ਦੇ ਬਚਨਾਂ ਨੂੰ ਸੰਕੋਚ ਦੇ ਯਤਨ ਕਰਨਾ। ਇੱਕ ਇੱਕ ਗੱਲ ਆਪਾਂ ਗੁਰੂ ਦੀ ਕਿਰਪਾ ਦੇ ਨਾਲ ਸਮਝ ਕੇ ਅੱਗੇ ਤੁਰਨਾ। ਆਪ ਜੀ ਪਹੁੰਚੋ ਸਮੇਂ ਨਾਲ, ਹੋਰ ਵੀ ਆਪਣੇ ਪਿਆਰਿਆਂ ਨੂੰ ਸੁਨੇਹਾ ਲਾਓ। ਕਈ ਪਿਆਰਿਆਂ ਦੀਆਂ ਮਜਬੂਰੀਆਂ ਨੇ, ਬੱਚੇ ਸਕੂਲ ਜਾਣ ਲੱਗ ਪਏ, ਉਹਨਾਂ ਦੇ ਲਈ ਵੀ ਸਤਿਗੁਰੂ ਜੀ ਨੇ ਯੋਗ ਉਪਰਾਲਾ ਕਰਵਾਇਆ ਕਿ ਰੋਜ਼ ਰਿਕਾਰਡਿੰਗ ਹੋ ਰਹੀ ਹੈ, ਚੈਨਲ ਤੇ ਪਾਈ ਜਾਏਗੀ। ਆਪ ਜੀ ਨੇ ਸਮਾਂ ਕੱਢ ਕੇ ਇਕਾਗਰਤਾ ਦੇ ਨਾਲ ਸੁਣ ਕੇ ਬਾਣੀ ਦਾ ਲਾਹਾ ਪ੍ਰਾਪਤ ਕਰਨ ਦਾ ਯਤਨ ਕਰਨਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।